ਜ਼ਿਲ੍ਹਾ ਪ੍ਰਧਾਨ ਦਾ ਜਿਹੜਾ ਅਹੁਦਾ ਸੀ ਉਹ ਛੱਡਿਆ। ਅਹੁਦੇ ਜਿਹੜੇ ਬੜੀ ਮੁਸ਼ਕਲ ਮਿਲਦੇ ਨੇ ਔਰ ਬੜਾ ਔਖਾ ਰਹਿੰਦਾ ਉਹਨਾਂ ਤੇ ਬਣੇ ਰਹਿਣਾ, ਪਰ ਤੁਸੀਂ ਖੁਦ ਠੋਕਰ ਮਾਰੀ ਹੈ। ਇਹੋ ਜਿਹਾ ਤੁਹਾਨੂੰ ਕੀ ਲੱਗਾ ਕਿ ਮੈਨੂੰ ਇੱਧਰ ਆ ਜਾਣਾ ਚਾਹੀਦਾ? ਜਿਵੇਂ ਆਰਡੀਨੈਂਸ ਆਏ ਨੇ 5 ਜੂਨ ਨੂੰ, ਮੈਂ ਉਸ ਟਾਈਮ ਦੀ ਪਾਰਟੀ ਪਲੇਟਫਾਰਮ ਤੇ ਬੜੀ ਕਿਹਾ ਕਿ ਇਹ ਜੋ ਕਾਨੂੰਨ ਨੇ, ਇਹ ਆਰਡੀਨੈਂਸ ਨੇ, ਇਹ ਕੱਲ ਕਾਨੂੰਨ ਹੀ ਬਣ ਗਏ ਔਰ ਇਹ ਕਿਸਾਨਾਂ ਦੇ ਵਿਰੋਧ 'ਚ ਨੇ। ਇਹਨਾਂ ਦੇ ਖਿਲਾਫ ਸਾਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਸਟੈਂਡ ਲੈਣਾ ਚਾਹੀਦਾ। ਲੇਕਿਨ ਪਾਰਟੀ ਕਿਉਂਕਿ ਸੱਤਾਧਾਰੀ ਦਲ ਦੇ ਨਾਲ ਸਾਡਾ ਸਮਝੌਤਾ ਸੀ, ਉਹਨਾਂ ਦੇ ਨਾਲ ਸਾਡਾ ਡਿਪਟੀ ਸੀਐਮ ਸਨ ਦੁਸ਼ਯੰਤ ਚੌਟਾਲਾ ਜੀ, ਉਹਨਾਂ ਨੇ ਕੋਈ ਗੱਲ ਸਾਡੀ ਜੋ ਗੱਲ ਤੇ ਤਵੱਜੋ ਨਹੀਂ ਦਿੱਤੀ। ਉਹਨਾਂ ਨੇ ਪਿੱਛੇ 14 ਜਨਵਰੀ ਜਾ ਕੇ ਮਿਲ ਕੇ ਆਏ ਸਾਂ ਚੰਡੀਗੜ੍ਹ। ਉਹਨਾਂ ਨੂੰ ਕਿਹਾ ਸੀ ਵੀ ਜਾਂ ਤਾਂ ਕਿਸਾਨਾਂ ਦੇ ਨਾਲ ਖੜੇ ਨਜ਼ਰ ਆਓ ਜਾਂ ਫਿਰ ਕਿਸੇ ਨੂੰ ਹੋਰ ਨੂੰ ਇਹ ਪਦ ਦੇ ਦਿਓ, ਮੈਂ ਇਹ ਪਦ ਛੱਡ ਰਿਹਾ। ਮੈਂ 2 ਫਰਵਰੀ ਨੂੰ ਪਿਛਲੇ ਯਾਨੀ ਕਿ 8-10 ਦਿਨ ਹੋ ਗਏ ਨੇ ਮੈਂ ਪਾਰਟੀ ਤੋਂ ਰਿਜ਼ਾਈਨ ਕਰਤਾ, ਪਦ ਤੋਂ ਵੀ ਰਿਜ਼ਾਈਨ ਕਰਤਾ, ਪਾਰਟੀ ਤੋਂ ਵੀ ਰਿਜ਼ਾਈਨ ਕਰਤਾ। ਇਹ ਆਪਣਾ ਜੋ ਰਿਜ਼ਾਈਨ ਹੈ ਮੈਂ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ। ਮਾਣਯੋਗ ਪ੍ਰਧਾਨ ਮੰਤਰੀ ਜੇ ਕੱਲ ਨੂੰ ਇਹ ਕਹਿ ਦੇਣ ਕਿ ਕਿਸਾਨਾਂ ਦੀ ਤਰ੍ਹਾਂ ਤੁਸੀਂ ਵੀ ਗੁੰਮਰਾਹ ਹੋ ਗਏ ਆ, ਜਾਂ ਕੱਲ ਨੂੰ ਖੱਟਰ ਜੀ ਕਹਿ ਦੇਣ, ਤੇ ਕੀ ਕਹਿਣਾ ਚਾਹੋਗੇ? ਕਿ ਲੱਗਦਾ ਕਿ ਗੁੰਮਰਾਹ ਹੋ ਗਏ? ਇਹਨਾਂ ਤਿੰਨਾਂ ਕਾਲੇ ਕਾਨੂੰਨਾਂ ਬਾਰੇ ਪ੍ਰਧਾਨ ਮੰਤਰੀ ਨਾਲੋਂ ਜ਼ਿਆਦਾ, ਤੋਮਰ ਨਾਲੋਂ ਜ਼ਿਆਦਾ, ਅਮਿਤ ਸ਼ਾਹ ਨਾਲੋਂ ਸਭ ਨਾਲੋਂ ਜ਼ਿਆਦਾ ਪਤਾ, ਕਿਉਂਕਿ ਅਸੀਂ ਖੇਤੀ ਖੁਦ ਕਰਨੇ ਆ। ਗੁੰਮਰਾਹ ਅਗਰ ਹੋਏ ਨੇ ਜਾਂ ਕੋਈ ਗੁੰਮਰਾਹ ਕੀਤਾ ਗਿਆ ਤਾਂ ਪ੍ਰਧਾਨ ਮੰਤਰੀ ਨੂੰ ਜਾਂ ਉਹਨਾਂ ਦੀ ਟੀਮ ਨੂੰ ਕੀਤਾ ਗਿਆ ਹੈ। ਹੱਕ ਹਾਕਮ ਦਿੰਦੇ ਨਾ ਤੇ ਹੱਥ ਹਿੰਮਤੀ ਅੱਡਦੇ ਨਾ। ਸੋ ਕਿਸਾਨੀ ਕੋਲ ਵੀ ਕੁਝ ਇਸੇ ਤਰ੍ਹਾਂ ਦਾ ਹੀ ਦ੍ਰਿਸ਼ਮਾਨ ਹੁੰਦਾ ਹੈ, ਕਿਉਂਕਿ ਆਪਣੇ ਹੱਕਾਂ ਦੇ ਲਈ ਕਿਸਾਨ ਆਪਣੇ ਘਰਾਂ ਤੋਂ ਦੂਰ ਬਾਰਡਰਾਂ ਤੇ ਡਟੇ ਹੋਏ ਨੇ ਔਰ 70 ਤੋਂ ਉੱਪਰ ਦਿਨ ਹੋ ਗਏ ਨੇ, ਪਰ ਉਹਨਾਂ ਦੇ ਅੰਦਰ ਉਸ ਜਜ਼ਬਾ ਤੇ ਚੜ੍ਹਦੀ ਕਲਾ ਉਸੇ ਤਰ੍ਹਾਂ ਦੇ ਨਾਲ ਹੈ। ਹਾਲਾਂਕਿ ਸੰਘਰਸ਼ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹੇ ਨੇ ਔਰ ਪ੍ਰਧਾਨ ਮੰਤਰੀ ਜੀ ਵੱਖ-ਵੱਖ ਆਪਣੇ ਭਾਸ਼ਣਾਂ ਦੇ ਨਾਲ ਸੰਬੋਧਿਤ ਵੀ ਕਰਦੇ ਰਹਿੰਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਅੰਦੋਲਨ 'ਚ ਬੈਠੇ ਲੋਕ ਗੁੰਮਰਾਹ ਨੇ, ਉਹਨਾਂ ਨੂੰ ਪਤਾ ਨਹੀਂ ਹੈ ਕਿ ਕਾਨੂੰਨ ਉਹਨਾਂ ਦੇ ਫਾਇਦੇ ਦੇ ਵਿੱਚ ਨੇ। ਪਰ ਇਸ ਦੇ ਦੌਰਾਨ ਹੀ ਇੱਧਰ ਜੋ ਕਿਸਾਨ ਬੈਠੇ ਨੇ, ਉਹਨਾਂ ਦੇ ਮਨਾਂ 'ਚ ਜੋ ਛੰਕੇ ਉੱਠਦੇ ਨੇ, ਉਹਨਾਂ ਨੂੰ ਦੂਰ ਕਰਨ ਦੇ ਲਈ ਸਟੇਜ ਤੋਂ ਵੱਖ-ਵੱਖ ਬੁਲਾਰੇ ਬੋਲਦੇ ਨੇ ਔਰ ਉਹਨਾਂ ਨੂੰ ਦੱਸਦੇ ਨੇ ਕਿ ਉਹ ਗੁੰਮਰਾਹ ਨਹੀਂ ਨੇ, ਉਹ ਸੱਚਮੁੱਚ ਹੱਕਾਂ ਦੀ ਲੜਾਈ ਲੜ ਰਹੇ ਨੇ। ਸੋ ਇਸ ਵੇਲੇ ਮੇਰੇ ਨਾਲ ਇਸੇ ਤਰ੍ਹਾਂ ਦੀਆਂ ਕੁਝ ਸ਼ਖਸੀਅਤਾਂ ਨੇ। ਜੇਕਰ ਮੈਂ ਗੱਲ ਕਰਾਂ ਇੰਦਰਜੀਤ ਹੋਣਾ ਦੀ, ਜੋ ਕਿ JJP ਪਾਰਟੀ ਜਿਹੜੀ ਸੀ ਹਰਿਆਣਾ ਦੀ, ਉਹਦੇ ਨਾਲ ਸੰਬੰਧ ਰੱਖਦੇ ਸੀ ਔਰ ਇਹਨਾਂ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਉਸ ਪਾਰਟੀ ਦੇ ਨਾਲ ਆਪਣਾ ਸਮਰਥਨ ਸੀਗਾ ਉਹ ਨਾਤਾ ਜਿਹੜਾ ਤੋੜ ਲਿਆ ਤੇ ਕਿਸਾਨੀ ਸੰਘਰਸ਼ ਦੇ ਵਿੱਚ ਡਟ ਗਏ ਨੇ। ਨਵੇਂ ਜਿਹੜੇ ਖੇਤੀ ਕਾਨੂੰਨ ਬਣਾਏ ਗਏ ਨੇ ਉਹਨਾਂ ਦੇ ਵਿਰੋਧ ਦੇ ਵਿੱਚ। ਸੋ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਕਿਸਾਨ ਆਗੂ ਵੀ ਨੇ ਕਵਲਜੀਤ ਸਿੰਘ ਅਜਨਾਲਾ ਔਰ ਸਾਡੇ ਨਾਲ ਮਨੀਕਰਨ ਸਾਹਿਬ ਤੋਂ ਕਥਾਵਾਚਕ ਭਾਈ ਤੇਜਪਾਲ ਸਿੰਘ ਵੀ ਨੇ। ਸੋ ਸਭ ਦੇ ਨਾਲ ਗੱਲਬਾਤ ਕਰਾਂਗੇ, ਪਰ ਇੰਦਰਜੀਤ ਸਿੰਘ ਤੋਂ ਗੱਲ ਦੀ ਸ਼ੁਰੂਆਤ ਕਰਦੇ ਹਾਂ। ਸੋ ਇੱਕ ਵੱਡਾ ਫੈਸਲਾ ਤੁਸੀਂ ਲਿਆ ਔਰ ਜ਼ਿਲ੍ਹਾ ਪ੍ਰਧਾਨ ਦਾ ਜਿਹੜਾ ਅਹੁਦਾ ਸੀ ਉਹ ਛੱਡਿਆ। ਅਹੁਦੇ ਜਿਹੜੇ ਬੜੀ ਮੁਸ਼ਕਲ ਮਿਲਦੇ ਨੇ ਔਰ ਬੜਾ ਔਖਾ ਰਹਿੰਦਾ ਉਹਨਾਂ ਤੇ ਬਣੇ ਰਹਿਣਾ, ਪਰ ਤੁਸੀਂ ਖੁਦ ਠੋਕਰ ਮਾਰੀ ਹੈ। ਇਹੋ ਜਿਹਾ ਤੁਹਾਨੂੰ ਕੀ ਲੱਗਾ ਕਿ ਮੈਨੂੰ ਇੱਧਰ ਆ ਜਾਣਾ ਚਾਹੀਦਾ? ਮੈਂ ਸਭ ਤੋਂ ਪਹਿਲਾਂ ਅਸੀਂ ਖੁਦ ਕਿਸਾਨ ਹਾਂ ਔਰ ਕਿਸਾਨ ਹੋਣ ਦੇ ਨਾਤੇ ਬੇਸ਼ੱਕ ਮੇਰੇ ਕੋਲ ਪਾਰਟੀ ਦਾ ਜੋ ਅਹੁਦਾ ਸੀ, ਮੈਂ ਜ਼ਿਲ੍ਹਾ ਪ੍ਰਧਾਨ ਸਾਂ। ਜਿਸ ਟਾਈਮ ਆਰਡੀਨੈਂਸ ਆਏ ਨੇ 5 ਜੂਨ ਨੂੰ, ਮੈਂ ਉਸ ਟਾਈਮ ਦੀ ਪਾਰਟੀ ਪਲੇਟਫਾਰਮ ਤੇ ਬੜੀ ਕਿਹਾ ਕਿ ਇਹ ਜੋ ਕਾਨੂੰਨ ਨੇ, ਇਹ ਆਰਡੀਨੈਂਸ ਨੇ, ਇਹ ਕੱਲ ਕਾਨੂੰਨ ਹੀ ਬਣ ਗਏ ਔਰ ਇਹ ਕਿਸਾਨਾਂ ਦੇ ਵਿਰੋਧ 'ਚ ਨੇ। ਇਹਨਾਂ ਦੇ ਖਿਲਾਫ ਸਾਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਸਟੈਂਡ ਲੈਣਾ ਚਾਹੀਦਾ। ਲੇਕਿਨ ਪਾਰਟੀ ਕਿਉਂਕਿ ਸੱਤਾਧਾਰੀ ਦਲ ਦੇ ਨਾਲ ਸਾਡਾ ਸਮਝੌਤਾ ਸੀ, ਉਹਨਾਂ ਦੇ ਨਾਲ ਸਾਡਾ ਡਿਪਟੀ ਸੀਐਮ ਸਨ ਦੁਸ਼ਯੰਤ ਚੌਟਾਲਾ ਜੀ, ਔਰ ਉਹਨਾਂ ਨੇ ਕੋਈ ਗੱਲ ਸਾਡੀ ਜੋ ਗੱਲ ਤੇ ਤਵੱਜੋ ਨਹੀਂ ਦਿੱਤੀ। ਉਸ ਦੇ ਵਿਰੋਧ ਦੇ ਵਿੱਚ ਮੈਂ ਉਹਨਾਂ ਨੂੰ ਪਿੱਛੇ 14 ਜਨਵਰੀ ਜਾ ਕੇ ਮਿਲ ਕੇ ਆਏ ਸਾਂ ਚੰਡੀਗੜ੍ਹ। ਉਹਨਾਂ ਨੂੰ ਕਿਹਾ ਸੀ ਵੀ ਜਾਂ ਤਾਂ ਕਿਸਾਨਾਂ ਦੇ ਨਾਲ ਖੜੇ ਨਜ਼ਰ ਆਓ ਜਾਂ ਫਿਰ ਕਿਸੇ ਨੂੰ ਹੋਰ ਨੂੰ ਇਹ ਪਦ ਦੇ ਦਿਓ, ਮੈਂ ਇਹ ਪਦ ਛੱਡ ਰਿਹਾ। ਔਰ ਉਸੇ ਦੌਰਾਨ ਮੈਂ ਕੁਝ ਦਿਨ ਬੀਤਣ ਤੋਂ ਬਾਅਦ ਮੈਂ 2 ਫਰਵਰੀ ਨੂੰ ਪਿਛਲੇ ਯਾਨੀ ਕਿ 8-10 ਦਿਨ ਹੋ ਗਏ ਨੇ ਮੈਂ ਪਾਰਟੀ ਤੋਂ ਰਿਜ਼ਾਈਨ ਕਰਤਾ, ਪਦ ਤੋਂ ਵੀ ਰਿਜ਼ਾਈਨ ਕਰਤਾ, ਪਾਰਟੀ ਤੋਂ ਵੀ ਰਿਜ਼ਾਈਨ ਕਰਤਾ। ਇਹ ਆਪਣਾ ਜੋ ਰਿਜ਼ਾਈਨ ਹੈ ਮੈਂ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ। ਇਹਨਾਂ ਕਾਲੇ ਕਾਨੂੰਨਾਂ ਨੂੰ ਖਤਮ ਕਰਨ ਵਾਸਤੇ, ਕਿਸਾਨ ਅੰਦੋਲਨ ਦੇ ਵਿੱਚ ਸੰਘਰਸ਼ ਕਰਨ ਵਾਸਤੇ ਮੈਂ ਕਿਸਾਨਾਂ ਦੇ ਨਾਲ ਖੜਾ। ਕੀ ਕੋਈ ਲੋਕਾਂ ਦੇ ਮਨ ਦੇ ਵਿੱਚ ਰੋਸ ਰਹਿ ਰਿਹਾ ਸੀਗਾ ਤੁਹਾਡੇ ਨਾਲ ਕਿ ਤੁਸੀਂ ਕਿਉਂ ਆਵਾਜ਼ ਨਹੀਂ? ਕੀ ਕੋਈ ਮਜਬੂਰੀ ਬਣ ਗਈ ਸੀ? ਕਿਉਂਕਿ ਅਸੀਂ ਪੰਜਾਬ 'ਚ ਦੇਖ ਰਹੇ ਹਾਂ BJP ਆਗੂਆਂ ਦਾ ਲੋਕ ਘਿਰਾਓ ਕਰ ਰਿਹਾ, ਉਹਨਾਂ ਦਾ ਵਿਰੋਧ ਕਰ ਰਹੇ। ਕਿ ਉਸ ਵਿਰੋਧ ਤੋਂ ਬਚਣ ਦੇ ਲਈ ਜਾਂ ਕੋਈ ਹੋਰ ਕਾਰਨ ਹੈ ਕਿ ਤੁਹਾਨੂੰ ਲੱਗਾ ਕਿ ਮੈਨੂੰ ਜਿਹੜਾ ਲਾੜਿਆ ਚੌਟਾਲਿਆਂ ਦਾ ਜਾਂ BJP ਸਰਕਾਰ ਦਾ ਜਿਹੜਾ ਛੱਡਣਾ ਚਾਹੀਦਾ? ਨਹੀਂ, ਜਿਸ ਤਰ੍ਹਾਂ ਕਿ ਮੇਰਾ ਕੋਈ ਵਿਅਕਤੀਗਤ ਤੌਰ ਤੇ ਵਿਰੋਧ ਨਹੀਂ ਹੋਇਆ। ਮੈਂ ਪਿੱਛੇ 3 ਦਸੰਬਰ ਤੋਂ ਲੈ ਕੇ ਅੱਜ 76 ਦਿਨ ਹੋ ਗਏ ਨੇ ਇਸ ਅੰਦੋਲਨ ਨੂੰ, ਔਰ 76 ਦੇ ਵਿੱਚੋਂ ਸਾਡਾ ਲਗਭਗ ਅਸੀਂ 70-72 ਦਿਨ ਇੱਥੇ ਅੰਦੋਲਨ ਵਿੱਚ ਸ਼ਾਮਲ ਸਾਂ ਆਲਰੇਡੀ। ਉਹ ਕੋਈ ਸਾਡੇ ਤੇ ਕੋਈ ਦਬਾਅ ਨਹੀਂ ਸੀ, ਲੇਕਿਨ ਕਿਉਂਕਿ ਅਸੀਂ ਕਿਸਾਨ ਆ, ਕਿਸਾਨ ਦੇ ਘਰ ਜੰਮ ਲਿਆ, ਸਾਡਾ ਫਰਜ਼ ਬਣਦਾ ਸੀ ਅਗਰ ਅੱਜ ਕਿਸਾਨੀ ਨੂੰ ਖਤਮ ਕਰਨ ਵਾਸਤੇ ਕੋਈ ਕਾਲੇ ਕਾਨੂੰਨ ਆਏ ਨੇ ਤੇ ਅਸੀਂ ਉਸ ਨਾਤੇ ਆਪਣੀ ਪਾਰਟੀ ਦੇ ਦਬਾਅ ਬਣਾ ਕੇ ਰੱਖਿਆ। ਅਸੀਂ ਖੁਦ ਤੇ ਅੰਦੋਲਨ ਵਿੱਚ ਸ਼ਾਮਲ ਸਾਂ ਮੈਂ ਆਪਣੇ ਸਾਥੀਆਂ ਦੇ ਨਾਲ। ਲੇਕਿਨ
ਪਾਰਟੀ ਤੋਂ ਅਲੱਗ ਹੋਣਾ ਥੋੜਾ ਜਿਹਾ ਸੀ, ਕਿਉਂਕਿ ਅਸੀਂ 30-35 ਸਾਲ ਪਾਰਟੀ ਲਾਏ ਸਨ, ਲੇਕਿਨ ਅਲਟੀਮੇਟਲੀ ਮੈਨੂੰ ਫੈਸਲਾ ਲੈਣਾ ਪਿਆ ਵੀ ਸਾਨੂੰ ਪਾਰਟੀ ਤੋਂ ਹਟ ਜਾਣਾ ਚਾਹੀਦਾ ਔਰ ਕਿਸਾਨਾਂ ਦੇ ਨਾਲ ਬਿਲਕੁਲ ਇੱਕ ਤਰਫਾ ਹੋ ਕੇ ਖੜਾ ਹੋਣਾ ਚਾਹੀਦਾ। ਉਹ ਮੈਂ ਫੈਸਲਾ ਲਿਆ। ਹਾਂਜੀ। ਸੋ ਮਾਨਯੋਗ ਪ੍ਰਧਾਨ ਮੰਤਰੀ ਜੇ ਕੱਲ ਨੂੰ ਇਹ ਕਹਿ ਦੇਣ ਕਿ ਕਿਸਾਨਾਂ ਦੀ ਤਰ੍ਹਾਂ ਤੁਸੀਂ ਵੀ ਗੁੰਮਰਾਹ ਹੋ ਗਏ ਆ, ਜਾਂ ਕੱਲ ਨੂੰ ਖੱਟਰ ਜੀ ਕਹਿ ਦੇਣ, ਤੇ ਕੀ ਕਹਿਣਾ ਚਾਹੋਗੇ? ਕਿ ਲੱਗਦਾ ਕਿ ਗੁੰਮਰਾਹ ਹੋ ਗਏ ਹੋ? ਨਹੀਂ ਗੁੰਮਰਾਹ ਕਿਸਾਨ ਰਾਹ ਤੇ ਆਏ ਹੋ? नहीं किसान जो है, किसान कितने भी गुमराह नहीं, किसान को अपनी किसानी बारे पता है। उन्होंने ना तिना काले कानूनों बारे प्रधानमंत्री नालों ज़्यादा, तोमर नालों ज़्यादा, अमित शाह नालों सब नालों ज़्यादा पता, क्योंकि असीं खेती खुद करने हैं। गुमराह अगर होए ने जां कोई गुमराह किया गया तो प्रधानमंत्री नूं जां उन्हां दी टीम नूं किया गया है। किसानों नूं बिल्कुल स्पष्ट तौर पर पता है भी ये जो है साडे वास्ते डेथ वारंट रहे तिन्ने दे तिन्ने कानून। और ये मेन तौर पर जो MSP की साडी मंग बड़ी पुरानी मंग रही है कि उसनूं तुसीं कानूनी जामा जो है गारंटी दी जाए कि ये MSP तो घट कोई भी व्यापारी नहीं खरीदेगा। सरकार जिहड़ी है अज वड्डे अदारियां दे जो कॉरपोरेट हाउस ने उन्हां दे दबाव दे विच उन्हां दे मर्जी दे कानून बना रहे हैं। किसानां दी गल सुन तो बिल्कुल भी वो जिहड़ा ध्यान नहीं दे रहे। और कल भी या पर दो दिन पहलां दी गल है कि मीनाक्षी लेखी ने बहुत माड़ी गल कही है पंजाब बारे और किसानां बारे। उसका बड़ा वड्डा दुख है, सानूं भी दुख है। और ਅਸੀਂ ਹੁਣ ਰਲ ਕੇ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ, ਜੋ ਵੀ ਸੰਘਰਸ਼ ਦੇ ਵਿੱਚ ਸਾਡੇ ਸਾਥੀ ਜਾਂ ਸਾਡੇ ਨੇਤਾ ਡਿਊਟੀ ਲਾਣਗੇ, ਜਿਵੇਂ ਕਿ 16 ਤਰੀਕ ਨੂੰ ਸਰ ਛੋਟੂ ਰਾਮ ਦਾ ਜਨਮ ਦਿਨ ਹੈ, ਉਹ ਵੀ ਪੂਰੇ ਹਰ ਜ਼ਿਲ੍ਹਾ ਸਤਰ ਤੇ ਮਨਾਇਆ ਜਾਏਗਾ, ਉਹਦਾ ਵੀ ਸਹਿਯੋਗ ਕਰਾਂਗੇ। ਉਸ ਤੋਂ ਬਾਅਦ 18 ਤਰੀਕ ਨੂੰ ਰੇਲ ਰੋਕੋ ਪ੍ਰੋਗਰਾਮ ਹੈ, ਉਸ ਨੂੰ ਵੀ ਕਾਮਯਾਬ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਔਰ ਕਿਸਾਨਾਂ ਦੇ ਨਾਲ ਕੰਧੇ ਨਾਲ ਕੰਧਾ ਲਾ ਕਰਕੇ ਅਸੀਂ ਆਪਣਾ ਹੱਕ ਲੈ ਕਰਕੇ ਰਹਾਂਗੇ। ਔਰ ਕੋਈ ਵੀ ਕਿਸੇ ਪ੍ਰਕਾਰ ਦਾ ਮੇਰੇ ਤੇ ਕੋਈ ਦਬਾਅ ਨਹੀਂ ਸੀ, ਮੈਂ ਤੇ ਅੰਤਰਾਤਮਾ ਦੇ ਹਿਸਾਬ ਨਾਲ ਫੈਸਲਾ ਲਿਆ ਜੀ। ਅੱਛਾ, ਜੇਕਰ ਅਸੀਂ ਹੋਰ JGP ਲੀਡਰਾਂ ਦੀ ਗੱਲ ਕਰੀਏ ਤੇ ਕੀ ਉਹ ਵੀ ਇਹ ਗੱਲ ਮੰਨ ਰਹੇ ਆ? ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਹਰਿਆਣਾ ਸਰਕਾਰ ਸਿਰਫ ਚਲੋ ਕਾਨੂੰਨਾਂ ਦਾ ਵਿਰੋਧ ਤੇ ਨਾ ਵਿਰੋਧ ਕਰਨਾ ਇੱਕ ਅਲੱਗ ਗੱਲ ਹੈ, ਬਟ ਜਿਸ ਤਰ੍ਹਾਂ ਮਨੁੱਖੀ ਹੱਕਾਂ ਦਾ ਕਾਣ ਹੁਣ ਤੱਕ ਹੁੰਦਾ ਆਇਆ, ਇੰਟਰਨੈਟ ਬੰਦ ਕਰ ਦੇਣਾ, ਜੇਲ੍ਹਾਂ ਦੇ ਵਿੱਚ ਡੱਕਣਾ, ਲਾਠੀ ਚਾਰਜ ਕਰਨਾ, ਸੜਕਾਂ ਪੁੱਟ ਦੇਣੀਆਂ, ਇੱਕ ਵਤੀਰਾ ਜਿਹੜਾ ਸਾਹਮਣੇ ਆਇਆ ਕਿ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਹੋਰ ਮੰਤਰੀ ਨੇ, ਜਿਹੜੇ ਉਹਨਾਂ ਦੇ ਸਖੀ ਸਹਿਯੋਗੀ ਨੇ, ਕਿ ਉਹਨਾਂ ਦੇ ਅੰਦਰ ਵੀ ਇਸ ਨੂੰ ਲੈ ਕੇ ਕੋਈ ਸ਼ਿਕਵਾ ਕਿ ਦੇਸ਼ ਦੇ ਲੋਕਾਂ ਦੇ ਨਾਲ, ਰਾਜ ਦੇ ਲੋਕਾਂ ਨਾਲ ਇਹ ਨਹੀਂ ਹੋਣਾ ਚਾਹੀਦਾ? नहीं बिल्कुल, जिस तरह के मैं सब तो पहले तो अपनी पार्टी जो जिस पार्टी ਨਾਲ मैं जुड़िया रहा 30 साल, उसकी गल उसका हर जो वर्कर है, कार्यकर्ता है, वो चाह रहा सी कि जो हरियाणा सरकार का वतीरा है किसानों के नाल वो बिल्कुल गलत है। ਅਸੀਂ ਸਾਰੇ ਸਾਥੀ ਇਸ ਚੀਜ਼ ਨੂੰ ਮੰਨਦੇ ਨੇ ਕਿ ਸਰਕਾਰ ਗਲਤ ਕਰ ਰਹੀ ਹੈ, ਲੇਕਿਨ ਕਿਉਂਕਿ ਹਾਲੇ ਸਰਕਾਰ ਨੂੰ ਸਾਡੇ 4 ਸਾਲ ਪਏ ਨੇ, ਕੁਝ ਸਾਥੀ ਹਾਲੇ ਉਹ ਤੋਂ ਚਾਹੁੰਦੇ ਨੇ ਵੀ ਸ਼ਾਇਦ ਕੁਛ ਨਾ ਕੁਛ ਲਾਭ ਮਿਲ ਜਾਏ, ਲੇਕਿਨ ਇੱਕ ਪਾਸੇ ਉਹ ਕਿਸਾਨਾਂ ਦੇ ਨਾਲ ਨੇ, ਦੂਜੇ ਪਾਸੇ ਉਹ ਸਰਕਾਰ ਤੋਂ ਵੀ ਥੋੜਾ ਬਹੁਤ ਲਾਭ ਲੈਣਾ ਚਾਹੁੰਦੇ ਨੇ, ਇਸ ਕਰਕੇ ਉਹ ਨਹੀਂ ਆ ਸਕੇ। ਲੇਕਿਨ ਵੈਸੇ ਉਹਨਾਂ ਦੇ ਵਿਚਾਰ ਸਾਡੇ ਨਾਲ ਨੇ। ਮੇਰੇ ਨਾਲ ਇੱਥੇ 8-9 ਜ਼ਿਲ੍ਹਿਆਂ ਦੇ ਪ੍ਰਧਾਨ ਜੋ ਮੇਰੇ ਨਾਲ ਸਨ, ਉਹ ਹਮੇਸ਼ਾ ਪਹਿਲੇ ਦਿਨ ਤੋਂ ਲੈ ਕੇ ਅੰਦੋਲਨ ਸ਼ਾਮਲ ਨੇ। ਲੇਕਿਨ ਓਪਨਲੀ ਜਿਵੇਂ ਅਸੀਂ ਮੀਡੀਆ ਦੇ ਮਾਧਿਅਮ ਨਾਲ ਜਾਂ ਇੱਥੇ ਸੇਵਾ ਕਰਦੇ ਰਹੇ ਹਾਂ, ਇੰਨਾ ਓਪਨ ਨਹੀਂ ਹੋ ਸਕੇ, ਇਸ ਲਈ ਉਹਨਾਂ ਨੇ ਪਾਰਟੀ ਦੇ ਹਾਲੀ ਪਦ ਨਹੀਂ ਛੱਡਿਆ। ਹੋ ਸਕਦਾ ਆਉਣ ਵਾਲੇ ਟਾਈਮ 'ਚ ਉਹ ਵੀ ਛੱਡ ਦੇਣ। ਔਰ ਕੋਈ ਬਾਕੀ BJP ਦੇ ਜੋ ਵੀ ਕਿਸਾਨੀ ਨਾਲ ਜੁੜਿਆ ਉਹ ਸਾਰੇ ਅੰਦਰ ਦੁਖੀ ਨੇ। और खास करके हरियाणा सरकार का जो रवैया रहा बहुत गलत रहा है। और साडा जो नेता सी दुष्यंत चौटाला देवीलाल परिवार तो सी, उस ते सानू ज़्यादा गुस्सा है, क्योंकि असी किसानों की नुमाइंदगी करते हैं। और इस अंदोलन के विच उन्हां दा बड़ा रोल जोड़ा है वो ठीक नहीं रहा किसानों के प्रति। इस गल का भी सानू गुस्सा है और इस करके मैं जो पार्टी तो अलग होया। ਸੋ ਜਿਵੇਂ ਇੰਦਰਜੀਤ ਹੋਣਾ ਨੇ ਕਿਹਾ ਕਿ ਅੰਦਰ ਕਿਤੇ ਨਾ ਕਿਤੇ ਰੋਸ ਹੈ, ਜਿਸ ਤਰ੍ਹਾਂ ਦਾ ਸਰਕਾਰ ਦਾ ਵਤੀਰਾ ਰਿਹਾ, ਕਿਉਂਕਿ ਵਿਰੋਧ ਕਰਨਾ ਜਾਂ ਨਾ ਕਰਨਾ ਇੱਕ ਵੱਖਰਾ ਆ, ਪਰ ਇਨਸਾਨੀ ਹੱਕਾਂ ਦੇ ਉੱਤੇ ਮਾਰ ਪਾਉਣਾ ਇੱਕ ਵੱਖਰਾ ਆ। ਔਰ ਇਹ ਵਧਾਈ ਦੇ ਪਾਤਰ ਨੇ ਕਿ ਆਪਣੇ ਜ਼ਮੀਰ ਦੀ ਸੁਣੀਏ, ਪੰਜਾਬੀਆਂ ਨੂੰ ਇਹਨਾਂ ਦੇ ਉੱਤੇ ਮਾਣ ਰਹੇਗਾ ਜ਼ਰੂਰ। ਮੈਂ ਕਵਰਜੀਤ ਹੋਣਾ ਦੇ ਵੱਲ ਵਧਣਾ ਚਾਹਾਂਗੀ। ਜਿਸ ਤਰ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਲੋਕ ਸਭਾ ਦੇ ਵਿੱਚ ਵੀ ਕਿਹਾ ਕਿ ਇੱਕ ਸ਼੍ਰੇਣੀ ਹੁਣ ਇਹ ਵੀ ਆ ਗਈ ਆ ਅੰਦੋਲਨ ਜੀਵੀ ਪਰਜੀਵੀ, ਜਿਹੜੇ ਨੇ ਜਿਨ੍ਹਾਂ ਨੂੰ ਅੰਦੋਲਨ ਤੋਂ ਬਿਨਾਂ ਜਿਹੜੇ ਜੀ ਨਹੀਂ ਸਕਦੇ। ਸੋ ਕਿਵੇਂ ਉਹਨਾਂ ਦੇ ਇਸ ਬਿਆਨ ਨੂੰ ਤੁਸੀਂ ਦੇਖ ਰਹੇ ਹੈਗੇ ਆ? ਬਹੁਤ ਪਰੇ ਮਨ ਦੇ ਨਾਲ ਇਹ ਕਹਿਣਾ ਪੈ ਰਿਹਾ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਆਵਾਜ਼ ਨਹੀਂ ਸਾਡੀ ਸੁਣ ਰਿਹਾ। ਉਸ ਤੋਂ ਬਾਅਦ ਸਾਨੂੰ ਜਿਹੜੇ ਅੰਦੋਲਨ ਕਰ ਰਹੇ ਨੇ, ਅੰਦੋਲਨ ਜੀਵੀ ਪਰਜੀਵੀ ਜਿਹੜੀ ਸੰਗਿਆ ਉਹ ਦੇ ਰਹੇ ਨੇ, ਇਸ ਤੋਂ ਜ਼ਿਆਦਾ ਸ਼ਰਮਨਾਕ ਗੱਲ ਸਾਰੇ ਦੇਸ਼ ਵਾਸਤੇ ਨਹੀਂ ਹੈਗੀ। ਦੇਖੀਏ, ਅਸੀਂ ਕਹਿਣਾ ਨਹੀਂ ਚਾਹੁੰਦੇ, ਲੇਕਿਨ ਉਹਨਾਂ ਦੀ ਸ਼ਬਦਾਵਲੀ ਦਾ ਹੀ ਅਸੀਂ ਉਹਨਾਂ ਨੂੰ ਜਵਾਬ ਦੇ ਰਹੇ ਹਾਂ ਕਿ ਉਹ ਜੁਮਲਾ ਜੀਵੀ ਨੇ। ਪਹਿਲਾਂ 15-15 ਲੱਖ ਰੁਪਏ ਸਾਡੇ ਖਾਤਿਆਂ ਦੇ ਵਿੱਚ ਆ ਗਏ, ਉਸ ਤੋਂ ਧੱਕੇ ਨਾਲ ਫੜ ਕੇ ਸਾਨੂੰ 2 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇ ਦਿੱਤੀਆਂ ਉਹਨਾਂ ਨੇ। ਉਸ ਤੋਂ ਬਾਅਦ ਉਹ ਕਾਲਾ ਧਨ ਵਿਦੇਸ਼ਾਂ ਦੇ ਵਿੱਚੋਂ ਲਏ, ਹੁਣ ਉਹ ਧੱਕੇ ਦੇ ਨਾਲ ਕਿਸਾਨਾਂ ਨੂੰ ਅਮੀਰ ਬਣਾਉਣ ਦੇ ਸੁਪਨੇ ਵਿਖਾ ਰਹੇ ਨੇ। ਅਸੀਂ ਸਮਝਦੇ ਹਾਂ ਇਹ ਜੁਮਲਾ ਜੀਵੀ ਨੇ, ਅਸੀਂ ਉਹਨਾਂ ਤੋਂ ਵਾਕਿਫ ਹਾਂ, ਫੇਕੂ ਜੀਵੀ ਨੇ। ਉਸ ਤੋਂ ਬਾਅਦ ਇੱਕ ਨਵਾਂ ਨਾਂ ਉਹਨਾਂ ਨੂੰ ਦਿੰਦੇ ਹਾਂ, ਵੇਚੂ ਜੀਵੀ। ਉਹਨਾਂ ਨੇ 에ਅਰਪੋਰਟ ਵੇਚ ਦਿੱਤੇ, ਉਹਨਾਂ ਨੇ ਸਾਡੇ ਰੇਲਵੇ ਵੇਚ ਦਿੱਤੀ, ਅਡਾਨੀ ਦੇ ਅੱਗੇ ਉਹਨਾਂ ਨੇ ਹੱਥ ਖੜੇ ਕਰਕੇ 22 ਕੰਪਨੀਆਂ ਉਹਨਾਂ ਨੇ ਜੋ ਨੈਸ਼ਨਲ ਲੈਵਲ ਦੇ ਉੱਤੇ ਸਾਡੀਆਂ ਸਨ ਉਹ ਉਹਨਾਂ ਨੇ ਵੇਚ ਦਿੱਤੀਆਂ ਨੇ। ਉਹ ਇੱਕ ਵੇਚੂ ਜੀਵੀ ਵੀ ਨਵੇਂ ਨਾਂ ਦੇ ਤੋਂ ਜਾਣੇ ਜਾਣਗੇ। ਇਹ ਸਾਨੂੰ ਦੁੱਖ ਹੈ
ਕਿ ਜਿਹੜੇ ਕਿਸਾਨ ਆਪਣੇ ਹੱਕਾਂ ਵਾਸਤੇ ਸੜਕ ਦੇ ਉੱਤੇ ਬੈਠੇ ਨੇ, ਅੰਬਾਨੀ ਦਾ ਪੋਤਾ ਪੈਦਾ ਹੁੰਦਾ ਹੈ, ਉਹਦੀ ਵਧਾਈ ਦੇਣ ਵਾਸਤੇ ਉਹ ਹਸਪੀਟਲ ਦੇ ਵਿੱਚ ਜਾਂਦੇ ਨੇ। ਕੀ ਕਰੈਕਟਰ ਇਹ ਪ੍ਰਧਾਨ ਮੰਤਰੀ ਦਾ ਹੈ? ਕੀ ਪ੍ਰਧਾਨ ਮੰਤਰੀ ਦੀ 200 ਦੇ ਕਰੀਬ ਸ਼ਹਾਦਤਾਂ ਹੋ ਜਾਂਦੀਆਂ ਨੇ, ਉਹਦੇ ਲਈ ਇੱਕ ਟਵੀਟ ਵੀ ਨਹੀਂ ਕਰਦੇ? ਇਹ ਪ੍ਰਧਾਨ ਮੰਤਰੀ ਦਾ ਉਹਦਾ ਨਹੀਂ ਹੈਗਾ। ਸਾਨੂੰ ਪਰੇ ਮਨ ਦੇ ਨਾਲ ਇਹ ਗੱਲਾਂ ਕਹਿਣੀ ਪੈ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਸਾਹਿਬ, ਤੁਹਾਨੂੰ ਲੋਕਾਂ ਨੇ ਚੁਣਿਆ, ਇਹਨਾਂ ਜਿਹੜੇ ਪੂੰਜੀਪਤੀ ਨੇ ਇਹਨਾਂ ਨੇ ਨਹੀਂ ਚੁਣਿਆ। ਇਹ ਪੂੰਜੀਪਤੀਆਂ ਦੇ ਤੁਸੀਂ ਹੱਥਾਂ ਦੀ ਕਠਪੁਤਲੀ ਬਣ ਚੁੱਕੇ ਹੋ। ਉਹ ਕਹਿੰਦੇ ਨੇ ਵੀ ਅਸੀਂ ਖਰੀਦ ਲਿਆ, ਵੋਟਾਂ ਸਾਡੀਆਂ ਲੈ ਕੇ ਅੱਜ ਪੂੰਜੀਪਤੀਆਂ ਦੇ ਗੁਲਾਮੀ ਕਰ ਰਹੇ ਨੇ। ਸਾਨੂੰ ਇਸ ਗੱਲ ਦਾ ਬਹੁਤ ਭਾਰੀ ਦੁੱਖ ਹੈ। ਲੇਕਿਨ ਇੱਕ ਗੱਲ ਯਾਦ ਰੱਖਣ, ਅੱਜ ਜਿਹੜੇ ਇੱਥੇ ਬੈਠੇ ਨੇ ਨਾ, 3 ਮਹੀਨੇ ਤੋਂ ਮੇਰੀਆਂ ਮਾਵਾਂ ਭੈਣਾਂ ਇਹ ਆਪਣੇ ਹੱਕ ਲੈ ਕੇ ਵਾਪਸ ਜਾਣਗੀਆਂ। ਗਲਤਫਹਿਮੀ ਕੱਢ ਦਿਆ ਜੇ ਕਿ ਕੋਈ ਇਲਜ਼ਾਮ ਲਾ ਕੇ ਜਾਂ ਗੋਦੀ ਮੀਡੀਆ ਕੋਈ ਇਲਜ਼ਾਮ ਲਾ ਕੇ ਇਹਨਾਂ ਨੂੰ ਵਾਪਸ ਘਰਾਂ ਦੇ ਵਿੱਚ ਤੋਰ ਦੇਗਾ। ਇਹ ਉਦੋਂ ਨਹੀਂ ਜਾਣਗੇ ਜਿੱਦਣ ਜਿੱਤ ਪ੍ਰਾਪਤ ਕਰਨਗੇ। ਜਿੱਤ ਕਿਵੇਂ ਹੋਵੇਗੀ? 3 ਕਾਨੂੰਨ ਰੱਦ ਕਰਾ ਕੇ ਉਸ ਤੋਂ ਪਹਿਲਾਂ ਵਾਪਸੀ ਨਹੀਂ ਹੋਏਗੀ। ਵਾਕਿਆ ਤੁਹਾਡੀ ਗੱਲ ਸਹੀ ਹੈ, ਕਿਉਂਕਿ ਅੰਦੋਲਨ ਦੇ ਵਿੱਚ ਹਰਿਆਣਾ ਛੋਟਾ ਭਾਈ ਵਜੋਂ ਸਾਹਮਣੇ ਆਇਆ ਸੀ, ਪਰ 26 ਤੋਂ ਬਾਅਦ ਜਿਸ ਤਰ੍ਹਾਂ ਟਿਕੈਤ ਹੁਣਾਂ ਨੇ ਇੱਕ ਤੋਂ ਫਿਰ ਵਾਰੀ ਜਿਹੜਾ ਸੰਘਰਸ਼ ਸੀ ਉਸ ਨੂੰ ਬੰਨਿਆ ਤੇ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹਰਿਆਣਾ ਵੱਲੋਂ ਨਿਭਾਈ ਗਈ ਆ। ਜੇਕਰ ਗੱਲ ਕਰੀਏ ਅਸੀਂ ਬੀਜੇਪੀ ਦੇ ਕੁਝ ਲੀਡਰ ਹੱਲੇ ਵੀ ਭੱਦੀ ਸ਼ਬਦਾਵਲੀ, ਜਿਵੇਂ ਕਪਿਲ ਮਿਸ਼ਰਾ ਨੇ ਤਾਂ ਸੀਏ ਵੇਲੇ ਕਿਹਾ ਸੀ ਕਿ ਦੇਸ਼ ਕੇ ਗਦਾਰੋਂ ਕੋ, ਪਰ ਨੰਦ ਕਿਸ਼ੋਰ ਜਿਸ ਤਰ੍ਹਾਂ ਦੀ ਸ਼ਬਦਾਵਲੀ ਉਹ ਵਰਤਨੇ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ, ਸੰਘਰਸ਼ ਤੇ ਬੈਠੇ ਲੋਕਾਂ ਨੂੰ ਜੁੱਤੀਆਂ ਮਾਰ ਕੇ ਅਸੀਂ ਖਦੇੜ ਦਿਆਂਗੇ। ਇਹਨੂੰ ਕਿਵੇਂ ਦੇਖਦੇ ਹੋ ਕਿ ਅੱਗੇ ਜਾ ਕੇ ਹਰਿਆਣਾ ਦੀਆਂ ਇਲੈਕਸ਼ਨਸ ਦੇ ਵਿੱਚ ਕਿਸਾਨ ਇਹਨਾਂ ਲਫ਼ਜ਼ਾਂ ਦਾ, ਇਹਨਾਂ ਇਸ ਸ਼ਬਦਾਵਲੀ ਦਾ ਜਵਾਬ ਦੇਣਗੇ? ਇਹ ਇਕੱਲੇ ਹਰਿਆਣੇ ਦੇ ਵਿੱਚ ਨਹੀਂ, ਇਹ ਸਾਰੇ ਦੇਸ਼ ਦੇ ਵਿੱਚ ਜਵਾਬ ਦਿੱਤਾ ਜਾਏਗਾ। ਹੁਣ ਪੱਛਮੀ ਬੰਗਾਲ ਦੇ ਵਿੱਚ ਸਭ ਤੋਂ ਪਹਿਲਾਂ ਇਲੈਕਸ਼ਨ ਆਉਣਾ ਹੈ, ਸਭ ਤੋਂ ਪਹਿਲਾਂ ਜਵਾਬ ਇਹਨਾਂ ਨੂੰ ਪੱਛਮੀ ਬੰਗਾਲ ਦੇ ਵਿੱਚ ਮਿਲੇਗਾ। ਉਹ ਜਿਹੜੇ ਇਲੈਕਸ਼ਨ ਹੈ ਨਾ ਜੀ, ਉਹ ਡਿਵੈਲਪਮੈਂਟ ਦੇ ਹੋਣੇ ਚਾਹੀਦੇ ਨੇ, ਲੇਕਿਨ ਇਹ ਹਿੰਦੂ ਮੁਸਲਮਾਨ ਦੇ ਉੱਤੇ ਕਰਾਉਂਦੇ ਨੇ, ਜੈ ਸ਼੍ਰੀ ਰਾਮ ਦੇ ਉੱਤੇ ਕਰਾਉਂਦੇ ਨੇ। ਇਹ ਨਾਅਰਿਆਂ ਦੇ ਉੱਤੇ ਇਲੈਕਸ਼ਨ ਨਹੀਂ ਹੁੰਦੇ। ਅੱਜ ਜਿਹੜਾ ਡਿਵੈਲਪਮੈਂਟ ਦਾ ਜਿਹੜਾ ਮੁੱਦਾ ਹੈ ਉਹ ਤੋਂ ਭਟਕਾਉਣ ਵਾਸਤੇ ਹਿੰਦੂ ਮੁਸਲਮਾਨ ਨੂੰ ਇਹਨਾਂ ਨੇ ਲੜਾ ਦਿੱਤਾ। ਹੁਣ ਵਿੱਚ ਕਿਸਾਨ ਆ ਗਏ ਨੇ। ਕਿਸਾਨ ਦਾ ਇਹਨਾਂ ਨੇ ਪੜ੍ਹਾਈ ਨਹੀਂ ਸੀ ਕੀਤੀ, ਇਹਨਾਂ ਨੂੰ ਨਹੀਂ ਸੀ ਪਤਾ ਵੀ ਇਹਦੇ ਨਾਲ ਕਿਵੇਂ ਨਿਬੜਿਆ ਜਾ ਸਕਦਾ ਹੈ। ਕਿਸਾਨ ਜਿਹੜਾ ਹੈ ਆਪਣੇ ਹੱਕ ਲੈਣਾ ਜਾਣਦਾ ਹੈ। ਅਗਰ ਉਹ ਦੇਸ਼ ਦਾ ਪੇਟ ਭਰਦਾ ਹੈ ਤੇ ਉਹ ਆਪਣੇ ਬੱਚਿਆਂ ਦੇ ਲਈ ਆਪਣੇ ਹੱਕ ਵੀ ਲੈਣਾ ਜਾਣਦਾ ਹੈ। ਸ਼ਾਂਤਮਈ ਢੰਗ ਦੇ ਨਾਲ ਅੱਜ 3 ਮਹੀਨੇ ਹੋ ਗਏ ਨੇ ਸਾਨੂੰ ਅੰਦੋਲਨ ਕਰਦਿਆਂ, ਤੇ ਮੈਂ ਬੀਜੇਪੀ ਵਾਲੇ ਆਪਣੇ ਨੇਤਾਵਾਂ ਨੂੰ ਬੇਨਤੀ ਕਰਨਾ ਕਿ ਜਿਹੜੇ ਉੱਤੋਂ ਹਾਈਕਮਾਨ ਦੇ ਇਸ਼ਾਰਿਆਂ ਦੇ ਉੱਤੇ ਅੱਜ ਤੁਸੀਂ ਟੱਪਣੇ ਪਏ ਹੋ ਨਾ, ਤੁਸੀਂ ਬੋਲਦੇ ਪਏ ਹੋ, ਇਹਨਾਂ ਤੁਹਾਨੂੰ ਨਹੀਂ ਜਿਤਾਣਾ। ਤੁਸੀਂ ਪਿੰਡਾਂ 'ਚ ਵੜ ਕੇ ਵੇਖੋ ਹਾਲਾਤ ਕੀ ਹੋ ਰਹੇ ਨੇ। ਇਹ ਪਿੰਡਾਂ 'ਚ ਵੜਨ ਜੋਗੇ ਨਹੀਂ ਰਹੇ। ਇਹ ਤੁਸੀਂ ਵੋਟਾਂ ਕਹਿੰਦੇ ਹੋ, ਇਹ ਤੇ ਆਪਣੇ ਕਾਰ ਤੋਂ ਉਤਰ ਕੇ ਕਿਤੇ ਜੇ ਕਿਤੇ ਜਾਂਦੇ ਹੋ ਨਾ, ਮੈਂ ਕਹਿ ਸਕਦਾ ਕਿ ਅਗਰ ਇਹਨਾਂ ਨੂੰ ਬਾਥਰੂਮ ਵੀ ਆਏ ਨਾ ਤੇ ਉਹਦੇ ਵਾਸਤੇ ਵੀ ਨਹੀਂ ਉਤਰਦੇ। ਮਤਲਬ ਇੰਨੇ ਹਾਲਾਤ ਇਹਨਾਂ ਦੇ ਮਾੜੇ ਹੋ ਚੁੱਕੇ ਨੇ। ਤੇ ਜਿਵੇਂ ਵੈਸਟ ਬੰਗਾਲ ਦੇ ਤੁਸੀਂ ਇਲੈਕਸ਼ਨਸ ਦੀ ਗੱਲ ਕੀਤੀ ਹੈ ਕਿ ਉੱਥੇ ਜਾ ਕੇ ਜਿਸ ਤਰ੍ਹਾਂ ਦੇ ਨਾਲ ਕਿਸਾਨੀ ਸੰਘਰਸ਼ ਚੱਲ ਰਿਹਾ, ਕਿਉਂਕਿ ਬਹੁਤ ਦੂਰ ਤੱਕ ਇਹਦੀ ਗੱਲ ਹੱਲੇ ਵੀ ਨਹੀਂ ਪਹੁੰਚ ਰਹੀ ਹੋ, ਚਾਹੇ ਕੁਝ ਨੈਸ਼ਨਲ ਚੈਨਲਸ ਦੀ ਗੱਲ ਕਰੀਏ ਜਾਂ ਕੋਈ ਵੀ ਰੀਜ਼ਨ ਹੋਵੇ, ਤਾਂ ਕੀ ਕੋਸ਼ਿਸ਼ ਕਰੋਗੇ ਉੱਥੇ ਜਾ ਕੇ ਜਾਗਰੂਕਤਾ ਕੀਤੀ ਜਾਵੇ ਕਿ ਇਹ ਜਿਹੜੇ 3 ਖੇਤੀ ਕਾਨੂੰਨ ਨੇ, ਤਾਂ ਕਿ ਉੱਥੇ ਅਸਰ ਦੇਖਣ ਨੂੰ ਮਿਲੇ, ਲੋਕਾਂ ਦਾ ਇੱਕ ਤਬਕਾ ਜਿਹੜਾ ਉਹ ਸਮਝੇ ਕਿ ਸਰਕਾਰ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੀ ਹੈ? ਦੇਖੀ, ਕਿਸਾਨ ਬਿਲਕੁਲ ਜਾਗਰੂਕ ਹੋ ਚੁੱਕਿਆ ਹੈ। ਸਾਨੂੰ ਇੱਥੇ ਜਾ ਕੇ ਪੱਛਮੀ ਬੰਗਾਲ ਦੇ ਵਿੱਚ ਲੜਾਈ ਲੜਨ ਦੀ ਲੋੜ ਨਹੀਂ ਵੀ। ਪੱਛਮੀ ਬੰਗਾਲ ਦਾ ਵੀ ਕਿਸਾਨ ਜਾਗਰੂਕ ਹੋ ਚੁੱਕਿਆ ਹੈ। ਮੈਂ ਸਮਝਣਾ ਵਾ ਕਿਤੇ ਨਾ ਕਿਤੇ ਇਹ ਆਪਣੇ ਭੁਲੇਖਿਆਂ ਦੇ ਵਿੱਚ ਪਾ ਸਕਦੇ ਨੇ ਬੀਜੇਪੀ ਵਾਲੇ, ਕਿਸੇ ਨਾ ਕਿਤੇ ਪੈ ਸਕਦੇ ਨੇ, ਲੇਕਿਨ ਇਦਾਂ ਦਾ ਹੁਣ ਨਹੀਂ ਹੋਇਆ। ਇਹਨਾਂ ਨੇ ਜਿਹੜੇ ਕਾਨੂੰਨ ਨੇ, ਪਹਿਲਾਂ ਇਸ ਤੋਂ ਪਹਿਲਾਂ ਮੰਡੀਕਰਨ ਖਤਮ ਕੀਤੀ ਸੀ ਬਿਹਾਰ ਦੇ ਵਿੱਚ। ਬਿਹਾਰ ਦਾ 5 ਏਕੜ ਦਾ ਕਿਸਾਨ ਹਰਿਆਣਾ ਤੇ ਪੰਜਾਬ ਦੇ ਵਿੱਚ 2 ਏਕੜ ਦੇ ਕਿਸਾਨ ਦੇ ਕੋਲ ਦਿਹਾੜੀ ਕਰ ਰਿਹਾ ਹੈ। ਇਹ ਹਾਲਾਤ ਪੈਦਾ ਹੋ ਜਾਣਗੇ ਅਗਰ ਇਹ ਕਾਨੂੰਨ ਲਾਗੂ ਹੋ ਗਏ ਹਰਿਆਣਾ ਪੰਜਾਬ ਦੇ ਕਿਸਾਨਾਂ ਦੇ ਵੀ। ਲੇਕਿਨ ਅਸੀਂ ਜਾਗ ਚੁੱਕੇ ਹਾਂ, ਇੱਦਾਂ ਦੇ ਹਾਲਾਤ ਪੈਦਾ ਨਹੀਂ ਹੋਣ ਦਿਆਂਗੇ। ਪੱਛਮੀ ਬੰਗਾਲ ਦਾ ਜਿਹੜਾ ਕਿਸਾਨ ਹੈ, ਉਹ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਅਲੱਗ ਨਹੀਂ ਹੈਗਾ। ਮੰਗ ਸਾਰਿਆਂ ਦੀ ਇੱਕ ਹੈ। ਤੇ ਜਿਵੇਂ ਹਾਲਾਤ ਹਰਿਆਣਾ ਪੰਜਾਬ ਦੇ ਨੇ, ਇਸ ਲਈ ਆਪ ਤੁਸੀਂ ਦੇਖਿਓ ਜੇ ਇਹ ਸਿਰਫ ਗੋਦੀ ਮੀਡੀਆ ਨਹੀਂ ਵਿਖਾ ਰਿਹਾ, ਜਿਹੜੀ ਉੱਥੋਂ ਦੀ ਗਰਾਊਂਡ ਦੀ ਜਿਹੜੀ ਰਿਪੋਰਟ ਹੈ, ਇਹ ਇੱਕ ਰਿਪੋਰਟ ਜਿਹੜੀ ਸੋਸ਼ਲ ਮੀਡੀਆ ਰਾਹੀਂ ਪਹੁੰਚ ਰਹੀ ਹੈ। ਤੇ ਇਹ ਅੰਦੋਲਨ ਜਿਵੇਂ ਹਰਿਆਣਾ ਪੰਜਾਬ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ ਵੀ ਤੁਹਾਨੂੰ ਉਸੇ ਨਜ਼ਰ ਆਏਗਾ। ਸਰ, ਕੀ ਕਹਿਣਾ ਚਾਹੋਗੇ, ਕੀ ਅਸਰ ਦਿਖੇਗਾ ਸਾਨੂੰ ਬੰਗਾਲ ਦੇ ਵਿੱਚ? ਵੀ ਅਸਰ ਤਾਂ ਸਾਰੇ ਸਹੀ ਹੈ, ਹਰ ਥਾਂ ਹਰਿਆਣਾ, ਪੰਜਾਬ 'ਚ, ਹਿਮਾਚਲ ਪ੍ਰਦੇਸ਼, ਹਰ ਜਗ੍ਹਾ 'ਚ ਹੀ ਹੈ ਜੀ। ਸੋ ਮਤਲਬ ਲੱਗਦਾ ਕਿ ਲੋਕ ਇੱਕ ਬਦਲ ਜਿਹੜਾ ਆ ਉਹ ਚੁਣਨਗੇ, ਜਿਸ ਤਰ੍ਹਾਂ ਦੇ ਨਾਲ ਹੁਣ ਤੱਕ ਸਰਕਾਰ ਬਹੁਮਤ ਦੇ ਨਾਲ ਬਣਦੀ ਆਈ ਹੈ। ਇਹੀ ਕਾਰਨ ਹੈ ਕਿ ਆਪ ਪੁੱਤਰੇ ਫੈਸਲੇ ਲੈਂਦੀ ਰਹੀ ਹੈ। ਗਿਆਨੀ ਤੇਜਪਾਲ ਹੁਣਾਂ ਦੇ ਨਾਲ ਗੱਲ ਕਰਾਂਗੇ। ਜਿਸ ਤਰ੍ਹਾਂ ਦਾ ਰਾਜਾ ਜਿਹੜਾ ਹੈ ਉਹ ਸਾਨੂੰ ਮਿਲਿਆ, ਪਰ ਜੇ ਪੰਜਾਬ ਦੇ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਜਾਂ ਸਿੱਖ ਹਿਸਟਰੀ ਦੀ ਗੱਲ ਕਰਦੇ ਤੇ ਬੜੇ ਇਹੋ ਜਿਹੇ ਰਾਜੇ ਆਏ ਹੋ, ਚਾਹੇ ਅਸੀਂ ਬਾਬਰ ਦੀ ਗੱਲ ਕਰਦੇ ਹਾਂ ਜੋ ਕਾਬੁਲ ਤੋਂ ਆ ਜਾਂਦਾ ਆ। ਸੋ ਲਗਾਤਾਰ ਪੰਜਾਬ ਦੇ ਵਿੱਚੋਂ ਵਿਰੋਧ ਉੱਠਦੇ ਰਹੇ ਆ। ਇਸ ਨੂੰ ਕਿਵੇਂ ਤੁਸੀਂ ਦੇਖ ਰਹੇ ਆ? ਇੱਕ ਕਿਸਾਨੀ ਬਿੱਲਾਂ ਦੇ ਜ਼ਰੀਏ ਜਿਹੜਾ ਹੈਗਾ ਆ ਇੱਕ ਵਿਦਰੋਹ ਜਾਗਿਆ, ਜਾਂ ਇਹ ਬਹੁਤ ਲੰਬਾ ਕੋਈ ਸੀਗਾ ਜੋ ਉਹਨਾਂ ਦੇ ਅੰਦਰੋਂ ਗੁਬਾਰ ਨਿਕਲਿਆ? ਅਸਲ ਦੇ ਵਿੱਚ ਤੇ ਇਹ ਭਾਰਤ ਦਾ ਦੁਰਭਾਗਿਆ ਹੈ
ਵੀ ਪਹਿਲਾਂ ਇੱਥੇ ਨੇ ਮੁਗਲਾਂ ਨੇ ਬੜਾ ਲੰਮਾ ਸਮਾਂ ਇਹਨੂੰ ਗੁਲਾਮ ਰੱਖਿਆ, ਉਸ ਤੋਂ ਬਾਅਦ ਬ੍ਰਿਟਿਸ਼ ਆ ਗਏ, ਉਹਨਾਂ ਨੇ ਇੱਥੇ ਲੰਮਾ ਸਮਾਂ ਰਾਜ ਕੀਤਾ ਹੈ। ਪਰ ਤੁਸੀਂ ਦੇਖੋ ਵੀ ਜਦੋਂ ਹੀ ਉਹਨਾਂ ਨੇ ਪੰਜਾਬ ਦੇ ਉੱਤੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਪੰਜਾਬੀ ਨੂੰ ਉਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਸਾਡੇ ਗੁਰੂ ਸਾਹਿਬਾਨ ਜੀ ਨੂੰ ਉਹਨਾਂ ਨੇ ਆਪਣੇ ਜ਼ੁਲਮ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਪੰਜਾਬ ਤੋਂ ਹੀ ਆਵਾਜ਼ ਜਿਹੜੀ ਹੈ ਜ਼ੁਲਮ ਦੇ ਖਿਲਾਫ ਉਹ ਬੁਲੰਦ ਹੁੰਦੀ ਆਈ ਹੈ। ਇਸੇ ਤਰ੍ਹਾਂ ਸਾਡਾ ਮੰਦਭਾਗੀ ਸਾਡੀ ਮਤਲਬ ਮੈਂ ਸਮਝਦਾ ਵੀ ਸਾਡੀ ਬਦਕਿਸਮਤੀ ਸੀ ਵੀ ਆਜ਼ਾਦੀ ਤੋਂ ਬਾਅਦ ਜਿਹੜੀ ਭਾਰਤ ਦੀ ਸੱਤਾ ਹੈ ਉਹ ਮਨੂਵਾਦੀਆਂ ਦੇ ਹੱਥ ਵਿੱਚ ਆ ਗਈ, ਤੇ ਇਹਨਾਂ ਮਨੂਵਾਦੀਆਂ ਨੇ ਬੜਾ ਲੰਮਾ ਸਮਾਂ ਭਾਰਤ ਨੂੰ ਲੁੱਟਿਆ, ਇੱਥੋਂ ਦੇ ਆਮ ਜਨ ਨੂੰ, ਇੱਥੋਂ ਦੇ ਸਰਮਾਏ ਨੂੰ। ਲੇਕਿਨ ਇਹ ਜਿਹੜੀ ਬੀਜੇਪੀ ਦੀ ਹਕੂਮਤ ਆਈ ਹੈ, ਇਹ ਬਿਲਕੁਲ ਜਿਹੜੀ ਮਨੂਵਾਦ ਦੀ ਸੋਚ ਦੇ ਉੱਤੇ ਚੱਲਣ ਵਾਲੀ ਇਹ ਹਕੂਮਤ, ਤੇ ਇਸ ਨੇ ਇਹ ਸਾਬਤ ਕਰ ਦਿੱਤਾ ਵੀ ਹੁਣ ਇੱਥੇ ਉਹੀ ਜਿਹੜਾ ਮੁਗਲ ਵਾਲਾ ਤੇ ਜਿਹੜਾ ਬ੍ਰਿਟਿਸ਼ ਹਕੂਮਤ ਵਾਲਾ ਜਿਹੜਾ ਮਾਹੌਲ ਸੀ ਉਹ ਸਿਰਜਿਆ ਜਾਏਗਾ। ਕਿਉਂਕਿ ਕਿਸੇ ਵੀ ਕਿੱਤੇ ਦੇ ਦੋ ਮੁੱਖ ਸੋਰਸ ਹੁੰਦੇ ਨੇ, ਇੱਕ ਉੱਥੋਂ ਦੇ ਰਿਸੋਰਸ ਸੰਸਾਧਨ ਤੇ ਇੱਕ ਉੱਥੋਂ ਦੀ ਪੂੰਜੀ। ਅਗਰ ਕੋਈ ਵੀ ਹਕੂਮਤ ਇਹਨਾਂ ਦੋ ਸਾਧਨਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦੀ ਹੈ ਤੇ ਉਹਦੀ ਤਾਨਾਸ਼ਾਹੀ ਨੂੰ ਕੋਈ ਤੋੜ ਨਹੀਂ ਸਕਦਾ। ਰਿਸੋਰਸ ਇਹਨਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਏ, ਉਸ ਤੋਂ ਬਾਅਦ ਜਿਹੜਾ ਪੂੰਜੀਪਤੀ ਵਰਗ ਹੈ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ, ਕਿਉਂਕਿ ਇਹਨਾਂ ਨੇ ਹੁਣ ਤੱਕ ਦੇਖੋ ਰੇਲਵੇ ਵੇਚ ਦਿੱਤਾ, ਜਿੱਦਾਂ ਹੋਰ ਸਰਕਾਰੀ ਅਦਾਰੇ ਵੇਚ ਦਿੱਤੇ। ਇੱਕ ਕਿਸਾਨੀ ਇੱਕ ਐਸਾ ਅਦਾਰਾ ਰਹਿ ਗਿਆ ਸੀ ਜਿਹੜਾ ਭਾਰਤ ਦੀ ਅਰਥ ਵਿਵਸਥਾ ਦੇ ਵਿੱਚ ਜਾਂ ਭਾਰਤ ਦੇ ਆਮ ਜਨ ਦੇ ਵਿੱਚ ਜਿਹੜੀ ਇੱਕ ਜੀਵਨ ਦੀ ਜੋਤ ਜਿਹੜੀ ਉਹ ਜਾਗਰਤ ਰੱਖ ਸਕਦਾ ਸੀ। ਇਹਨਾਂ ਕਾਲੇ ਕਾਨੂੰਨਾਂ ਦੇ ਦੁਆਰਾ ਇਹਨਾਂ ਨੇ ਇਸ ਕਿਸਾਨੀ ਨੂੰ ਵੀ ਗੁਲਾਮ ਬਣਾਉਣ ਦੀ ਉਹ ਪ੍ਰਥਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚੋਂ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੱਢਿਆ ਸੀ। ਉਹਨਾਂ ਨੇ ਪੂੰਜੀਪਤੀਆਂ ਦੇ ਕੋਲੋਂ, ਜ਼ਗੀਰਦਾਰਾਂ ਦੇ ਕੋਲੋਂ ਜ਼ਮੀਨਾਂ ਲੈ ਕੇ ਤੇ ਸਾਨੂੰ ਮਜ਼ਾਰਿਆਂ ਨੂੰ ਦਿੱਤੀਆਂ ਸੀ। ਸਾਡੇ ਪੁਰਖੇ ਜਿਹੜੇ ਨੇ ਉਹ ਜ਼ਮੀਨਾਂ ਦੇ ਮਜ਼ਾਰੇ ਹੋਇਆ ਕਰਦੇ ਸੀ, ਲੇਕਿਨ ਅੱਜ ਅਸੀਂ ਜ਼ਮੀਨਾਂ ਦੇ ਮਾਲਕ ਹੋਣੇ ਆ। ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦੇਣ ਹੈ। ਸੋ ਇਹ ਮੋਦੀ ਸਰਕਾਰ ਜਿਹੜੀ ਹੈ ਇਹ ਤਾਨਾਸ਼ਾਹੀ ਸਰਕਾਰ ਹੈ, ਤੇ ਇਹ ਸਾਨੂੰ ਸਾਰਿਆਂ ਨੂੰ ਜਿਹੜੇ ਅਸੀਂ 10 15 20 ਏਕੜ ਦੇ ਜ਼ਮੀਂਦਾਰ ਜਿਹੜੇ ਕਹਾਉਂਦੇ ਆ ਨਾ ਅਸੀਂ ਸਾਰੇ, ਇਹ ਸਾਨੂੰ ਦਾਸ ਬਣਾਉਣਾ ਚਾਹੁੰਦੇ ਨੇ ਵੀ ਅਸੀਂ ਫਿਰ ਆਪਣੀਆਂ ਜ਼ਮੀਨਾਂ ਤੇ ਹੀ ਮਜ਼ਦੂਰ ਬਣ ਕੇ ਰਹਿ ਜਾਈਏ। ਖੇਤੀਹਰ ਮਜ਼ਦੂਰ, ਜਿਵੇਂ ਅੱਜ ਬਿਹਾਰ ਦੇ ਵਿੱਚ ਇਹ ਨਾਮ ਵਰਤਿਆ ਜਾਂਦਾ ਖੇਤੀਹਰ ਮਜ਼ਦੂਰ, ਯੂਪੀ ਦੇ ਵਿੱਚ ਖੇਤੀਹਰ ਮਜ਼ਦੂਰ ਨੇ, ਵੀ ਇਹ ਪੰਜਾਬੀ ਤੇ ਹਰਿਆਣਾ ਦੇ ਲੋਕ ਵੀ ਜਿਹੜੇ ਨੇ ਇਹ ਖੇਤੀਹਰ ਮਜ਼ਦੂਰ ਬਣ ਕੇ ਰਹਿ ਜਾਣ। ਹਾਂਜੀ, ਤੁਹਾਨੂੰ ਕੀ ਲੱਗਦਾ, ਜਿਸ ਤਰ੍ਹਾਂ ਤੁਸੀਂ ਪ੍ਰਚਾਰ ਵੀ ਕਰਦੇ ਆ ਵੱਖ-ਵੱਖ ਜਿਹੜੇ ਅਸਥਾਨ ਨੇ ਧਾਰਮਿਕ, ਉੱਥੋਂ ਵੀ ਤੁਸੀਂ ਜਿਹੜਾ ਹੈਗਾ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਕਾਨੂੰਨਾਂ ਨੂੰ ਲੈ ਕੇ ਜਾਂ ਕਿਸਾਨੀ ਸੰਘਰਸ਼ ਨੂੰ ਲੈ ਕੇ ਇੱਕ ਜਾਗਰੂਕਤਾ ਕੀਤੀ ਜਾਵੇ? ਕਿਉਂਕਿ ਜੇ ਅਸੀਂ ਮੀਰੀ ਪੀਰੀ ਦਾ ਸਿਧਾਂਤ ਦੇਖਦੇ ਆ ਤੇ ਧਰਮ ਤੋਂ ਬਾਅਦ ਰਾਜਨੀਤੀ ਹੈ, ਤੇ ਰਾਜਨੀਤੀ ਦੇ ਵਿੱਚ ਰਵਾਨਗੀ ਵੀ ਧਰਮ ਤੋਂ ਲਈ ਜਾਏ ਤੇ ਜ਼ਿਆਦਾ ਵਧੀਆ। ਪਰ ਇੱਥੇ ਲੱਗ ਰਿਹਾ ਕਿ ਅਧਰਮ ਹੋ ਰਿਹਾ। ਜਿਸ ਤਰ੍ਹਾਂ ਮਨੁੱਖੀ ਹੱਕਾਂ ਦਾ ਕਾਨੂੰਨ ਹੁੰਦਾ ਆ, ਪਾਣੀ ਤੱਕ ਇੱਥੇ ਰੋਕਿਆ ਗਿਆ ਸੀਗਾ, ਗਾਜੀਪੁਰ ਬਾਰਡਰ ਤੇ ਬਿਜਲੀ ਬੰਦ ਕਰ ਦਿੱਤੀ ਗਈ। ਸੋ ਕੀ ਇਹ ਜਿਹੜਾ ਅਨਿਆਂ ਹੋ ਰਿਹਾ ਹੈਗਾ, ਇਹ ਤੁਸੀਂ ਕੋਸ਼ਿਸ਼ ਕਰੋਗੇ ਕਿ ਆਪਣੀ ਕਥਾ ਦੇ ਜ਼ਰੀਏ, ਆਪਣੇ ਪ੍ਰਚਾਰ ਦੇ ਜ਼ਰੀਏ ਵੀ ਇਸ ਨੂੰ ਜਿਹੜਾ ਹੈਗਾ ਇਸ ਆਵਾਜ਼ ਨੂੰ ਬੁਲੰਦ ਕੀਤਾ ਜਾਵੇ? ਜਿੱਦਣ ਦਾ ਇਹ ਅੰਦੋਲਨ ਚੱਲਿਆ, ਪੰਜਾਬ ਤੋਂ ਸ਼ੰਭੂ ਬਾਰਡਰ ਤੇ ਆਇਆ, ਸ਼ੰਭੂ ਬਾਰਡਰ ਤੋਂ ਦਿੱਲੀ ਪਹੁੰਚਿਆ, ਉਸ ਦਿਨ ਤੋਂ ਹੀ ਲਗਾਤਾਰ ਅਸੀਂ ਸੋਸ਼ਲ ਮੀਡੀਆ ਦੇ ਉੱਤੇ, ਧਾਰਮਿਕ ਸਟੇਜਾਂ ਦੇ ਉੱਤੇ, ਸਪੋਕਸਮੈਨ ਵਰਗੇ ਅਖਬਾਰਾਂ ਦੇ ਉੱਤੇ ਸਾਡੇ ਲੇਖ ਜਿਹੜੇ ਨੇ ਉਹ ਮੇਰੇ ਛਪਦੇ ਰਹਿੰਦੇ ਆ। ਤੇ ਮੈਂ ਕੋਸ਼ਿਸ਼ ਕਰਦਾ, ਕਿਉਂਕਿ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਮੇਰੀ ਪੀਰੀ ਦਾ ਸਿਧਾਂਤ ਦਿੱਤਾ ਹੈ, ਤੇ ਗੁਰੂ ਨਾਨਕ ਸਾਹਿਬ ਜੀ ਦਾ ਜੋ ਫਲਸਫਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਫਲਸਫਾ ਹੈ, ਮੈਂ ਸਮਝਦਾ ਪੰਜਾਬ ਤੋਂ ਬਾਹਰ ਦਾ ਵਸਨੀਕ ਅੱਜ ਇਸ ਗੱਲ ਨੂੰ ਸਮਝ ਚੁੱਕਾ ਹੈ। ਅੱਜ ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਕਈ ਇਹੋ ਜਿਹੀਆਂ ਸਾਡੀਆਂ ਬੱਚੀਆਂ ਭੈਣਾਂ ਜਿਹੜੀਆਂ ਨੂੰ ਵੀਡੀਓ ਪਾਉਂਦੀਆਂ ਨੇ ਕਿ ਖਾਲਸਾ ਰਾਜ ਦੀ ਸਾਨੂੰ ਪੂਰੇ ਭਾਰਤ ਦੇ ਵਿੱਚ ਜ਼ਰੂਰਤ ਹੈ। ਅੱਜ ਹਰ ਭਾਰਤ ਦੇ ਵਿੱਚ ਰਹਿਣ ਵਾਲਾ, ਚਾਹੇ ਯੂਪੀ ਦਾ, ਬਿਹਾਰ ਦਾ ਬਸ਼ਿੰਦਾ ਹੈ, ਉਹ ਕਹਿੰਦਾ ਵੀ ਇਹ ਖਾਲਿਸਤਾਨੀ ਨਾਮ ਇਹਨਾਂ ਨੇ ਦਿੱਤਾ ਵੀ ਇਹ ਖਾਲਿਸਤਾਨੀ, ਇਹ ਵੱਖਵਾਦੀ ਨੇ। ਪਰ ਉਹ ਕਹਿੰਦੇ ਵੀ ਸਾਨੂੰ ਹੁਣ ਪਤਾ ਲੱਗਾ ਵੀ ਖਾਲਿਸਤਾਨੀ ਦਾ ਮਤਲਬ ਤੇ ਸਪੋਰਟਰ ਹੁੰਦਾ ਹੈ, ਖਾਲਿਸਤਾਨੀ ਦਾ ਮਤਲਬ ਤੇ ਇੱਕ ਮਤਲਬ ਪ੍ਰੋਟੈਕਟਰ ਹੁੰਦਾ ਹੈ, ਇੱਕ ਸੇਵਾਦਾਰ ਹੁੰਦਾ ਹੈ। ਅਸੀਂ ਸਾਰੇ ਖਾਲਿਸਤਾਨੀ ਆ। ਸੋ ਇਹੋ ਜਿਹੀਆਂ ਆਵਾਜ਼ਾਂ ਭਾਰਤ ਦੇ ਉਹਨਾਂ ਕੋਣਿਆਂ ਦੇ ਵਿੱਚੋਂ ਆਉਣੀਆਂ ਸ਼ੁਰੂ ਹੋਈਆਂ ਨੇ ਜਿਨ੍ਹਾਂ ਨੂੰ ਨੈਸ਼ਨਲ ਮੀਡੀਆ ਨੇ ਬੜਾ ਇੱਕ ਭੈਭੀਤ ਕੀਤਾ ਹੋਇਆ ਸੀ ਸਿੱਖਾਂ ਦੇ ਪ੍ਰਤੀ, ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੇ ਪ੍ਰਤੀ। ਤੇ ਮੈਂ ਉਮੀਦ ਕਰਦਾ, ਕਿਉਂਕਿ ਔਰੰਗਜ਼ੇਬ ਨੂੰ ਵੀ ਇਹ ਮਾਣ ਸੀ ਆਪਣੀ ਤਾਕਤ ਦੇ ਉੱਤੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਕਿ ਤੁਰਾਗਰ ਨਜ਼ਰ ਅਸਤ ਲਸ਼ਕਰ ਵਾ ਜ਼ਰ व ਮਾਰਾ ਪਨਾ ਅਸਕਰ ਯਜ਼ਦਾ ਸ਼ੁਕਰ। ਤੇ ਖਾਲਸੇ ਨੇ ਹਮੇਸ਼ਾ ਹੀ ਅਕਾਲ ਪੁਰਖ ਦੇ ਸ਼ਰਨ ਲਈ ਹੈ, ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਹੈ। ਤੇ ਇਹੋ ਜਿਹੀਆਂ ਹਕੂਮਤਾਂ ਤੇ ਕਈ ਆਈਆਂ ਤੇ ਕਈ ਗਈਆਂ, ਇਹਨਾਂ ਦਾ ਵਜੂਦ ਨਾ ਪਹਿਲਾਂ ਹੈ ਸੀ ਨਾ ਅੱਗੋਂ ਹੋਵੇਗਾ। ਸੋ ਮੈਂ ਉਮੀਦ ਕਰਦਾ ਵੀ ਖਾਲਸੇ ਦੀ ਜਿੱਤ ਹੋਵੇਗੀ, ਕਿਸਾਨ ਭਾਈਚਾਰੇ ਦੀ ਜਿੱਤ ਹੋਵੇਗੀ, ਤੇ ਮਨੁੱਖਤਾ ਦੀ ਜਿੱਤ ਹੋਵੇਗੀ, ਸਮਾਜਵਾਦ ਦੀ ਜਿੱਤ ਹੋਵੇਗੀ।
ਸੋ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸੋ ਅਸੀਂ ਦੇਖ ਸਕਦੇ ਹਾਂ ਕਿ ਕਿਸਾਨੀ ਅੰਦੋਲਨ ਦੇ ਜ਼ਰੀਏ ਇੱਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਇਸੇ ਇਤਿਹਾਸ ਦੇ ਵਿੱਚ ਬਾਬਰ ਬਾਣੀ ਲਿਖੀ ਜਾਂਦੀ ਹੈ, ਇਸੇ ਦੇ ਵਿੱਚ ਜ਼ਫਰਨਾਮਾ ਲਿਖਿਆ ਜਾਂਦਾ ਹੈ ਤੇ ਇਸੇ ਦੇ ਵਿੱਚ ਜਦੋਂ ਸਰਕਾਰ ਕਾਲੇ ਕ੍ਰਿਸ਼ੀ ਕਾਨੂੰਨ ਲੈ ਕੇ ਆਉਂਦੀ ਹੈ ਤੇ ਉਹਨਾਂ ਦੇ ਵਿਰੋਧ ਜਿਹੜਾ ਹੈਗਾ ਉਹ ਵੀ ਉਸੇ ਹੀ ਧਰਤੀ ਤੋਂ ਉੱਠਦਾ ਆ। ਸੋ ਸੰਘਰਸ਼ ਕਿਹਾ ਜਾ ਰਿਹਾ ਸੀ ਡਾਵਾਂਡੋਲ ਹੋ ਗਿਆ, ਪਰ ਜਿਸ ਤਰ੍ਹਾਂ ਦੇ ਨਾਲ ਵੱਖ-ਵੱਖ ਸ਼ਖਸੀਅਤਾਂ ਆ ਕੇ ਇੱਥੇ ਆਪਣੇ ਵਿਚਾਰ ਰੱਖ ਰਹੀਆਂ ਨੇ, ਫਿਰ ਤੋਂ ਇੱਕ ਜੋਸ਼ ਭਰ ਰਹੀਆਂ ਨੇ ਤੇ ਅਸੀਂ ਦਿਨ ਬ ਦਿਨ ਦੇਖ ਰਹੇ ਹਾਂ ਕਿ ਸੰਘਰਸ਼ ਫਿਰ ਤੋਂ ਮਜ਼ਬੂਤ ਹੋ ਰਿਹਾ ਆ। ਲਗਾਤਾਰ ਵੱਖ-ਵੱਖ ਸਟੇਟਸ ਤੋਂ ਲੋਕ ਆ ਰਹੇ, ਆਪਣਾ ਸਮਰਥਨ ਦੇ ਰਿਹਾ। ਹਰਿਆਣਾ ਵੱਡੀ ਗਿਣਤੀ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਨਾਲ ਖੜਾ ਹੋਇਆ ਦਿਖਾਈ ਦੇ ਰਿਹਾ। ਹਾਲਾਂਕਿ ਬੀਜੇਪੀ ਸਰਕਾਰ ਹੈ ਔਰ ਬਹੁਤ ਡਰ ਖੌਫ ਦਾ ਮਾਹੌਲ ਵੀ ਰਹਿੰਦਾ ਕਿਤੇ ਨਾ ਕਿਤੇ ਹਰਿਆਣਾ ਵਾਸੀਆਂ ਤੇ, ਪਰ ਇੱਥੇ ਹਰ ਲੋੜ ਦੀਆਂ ਚੀਜ਼ਾਂ ਹਰਿਆਣਾ ਦੇ ਲਾਗੇ ਸੋਨੀਪਤ ਪਾਣੀਪਤ ਦੀ ਜੇਕਰ ਗੱਲ ਕਰੀਏ ਤੇ ਪੂਰਾ ਦਿਨ ਪਾਣੀ ਦੇ ਟੈਂਕਰ ਇਹੋ ਜਿਹੀਆਂ ਸੇਵਾਵਾਂ ਉਹਨਾਂ ਵੱਲੋਂ ਵੀ ਆਉਂਦੀਆਂ ਰਹਿੰਦੀਆਂ ਨੇ। ਸੋ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਸਿੰਘੂ ਮੋਰਚੇ ਦੀਆਂ तमाम ਅਪਡੇਟਸ ਤੁਹਾਡੇ ਤੱਕ ਲੈ ਕੇ ਆਈਏ ਔਰ ਸਾਫ਼ ਤੇ ਸਪਸ਼ਟ ਖਬਰ ਤੁਹਾਡੇ ਤੱਕ ਜ਼ਰੂਰ ਰੱਖੀਏ। ਸੋ ਇਸ ਲਈ ਪਾਬੰਦ ਵੀ ਹਾਂ, ਜੁੜੇ ਰਹੋ ਰੋਜ਼ਾਨਾ ਦੇ ਨਾਲ। ਫਿਲਹਾਲ ਮੈਨੂੰ ਅਰਪਨ ਕੌਰ ਨੂੰ ਸਹਿਯੋਗੀ ਕੈਮਰਾਮੈਨ ਜਸਪ੍ਰੀਤ ਨੇ ਦਿਓ ਆਗਿਆ। ਧੰਨਵਾਦ।